अस्सलाम वालेकुम वरहमतुल्लाहि वबरकातुहू नाज़रीन की हाल है ठीक है ਤੁਸੀਂ ਵੇਖ ਰਹੇ ਹੋ ਹੱਸਦਾ ਵਸਦਾ ਪਾਕਿਸਤਾਨ ਇੰਟਰਨੈਸ਼ਨਲ ਟੀਵੀ ਤੇ ਅਸੀਂ ਤਕਰੀਬਨ ਜਦੋਂ ਦਾ ਕਰੋਨਾ ਵਾਇਰਸ ਆਇਆ ਇੱਕ ਅਫਵਾਹਾਂ ਦਾ ਬਾਜ਼ਾਰ ਵੀ ਹੈ ਕੁਝ ਸੱਚੀਆਂ ਗੱਲਾਂ ਵੀ ਹੋਣਗੀਆਂ ਕੁਝ ਝੂਠ ਵੀ ਹੋਣਗੀਆਂ ਇਸੇ ਤਰ੍ਹਾਂ ਹੀ ਮੈਡੀਕਲ ਤੋਂ ਜਿਹੜਾ ਖਾਸ ਕਰਕੇ ਯੂਕੇ ਦੇ ਮੈਡੀਕਲ ਤੋਂ ਵੀ ਲੋਕਾਂ ਨੇ ਬਹੁਤ ਡਰਾਇਆ ਸੀ ਅਮਵਾਤ ਦੀ ਤੇ ਸ਼ਰ੍ਹਾ ਬਹੁਤ ਜ਼ਿਆਦਾ ਸੀ ਤੇ ਉਸੇ ਹਿਸਾਬ ਨਾਲ ਮੇਰੇ ਆ ਬਾਜ਼ੂ ਪਿਛਲੇ ਦਿਨ ਮੈਂ ਗਿਰਿਆ ਗਾ ਤੇ ਇਹਦੇ ਚ ਹੋ ਗਿਆ ਸੀ ਫ੍ਰੈਕਚਰ ਹੱਡੀ ਕ੍ਰੈਕ ਹੋ ਗਈ ਅੰਦਰੋਂ ਉਤਰ ਵੀ ਗਿਆ ਸੀ ਬਾਜ਼ੂ ਮੈਂ ਵੀ ਡਰ ਦੇ ਮਾਰੇ ਉਸ ਖੌਫ ਦੇ ਤਹਿਤ ਹੀ ਦੇਸੀ ਬੰਦੇ ਕੋਲ ਗਿਆ ਜਾ ਕੇ ਬਾਜ਼ੂ ਵਗੈਰੇ ਚੜਵਾਇਆ ਆਖਰਕਾਰ ਤਕਲੀਫ ਨਹੀਂ ਜਾਣ ਡਈ ਉਹ ਮੈਂ ਕਿਹਾ ਇਹਦਾ ਐਕਸਰੇ ਕਰਵਾ ਕੇ ਦੇਖੀਏ ਡਰਦਾ ਡਰਦਾ ਹਸਪਤਾਲ ਗਿਆ ਕੀ ਸੂਰਤ ਹਾਲ ਹੈ ਹਸਪਤਾਲ ਗਿਆ ਵਾਂ ਤੇ ਉਹਨਾਂ ਨੇ ਤਕਰੀਬਨ ਹਰ ਕੁਰਸੀ ਇੱਕ ਕੁਰਸੀ ਦੇ ਨਾਲ ਦੀ ਕੁਰਸੀ ਦੇ ਉੱਤੇ ਨਾ ਉਹ ਸਟਾਪ ਲਿਖ ਕੇ ਲਗਾਇਆ ਕਿ ਇੱਥੇ ਤੁਸੀਂ ਨਹੀਂ ਬੈਠ ਸਕਦੇ ਇੱਕ ਕੁਰਸੀ ਤੇ ਬੰਦਾ ਬੈਠ ਸਕਦਾ ਦੂਸਰੀ ਤੇ ਨਹੀਂ ਤੇ ਹਸਪਤਾਲ ਦੇ ਸਾਰੀਆਂ ਕੁਰਸੀਆਂ ਜਿਹੜੀਆਂ ਵੇਟਿੰਗ ਵਾਲੀਆਂ ਹੁੰਦੀਆਂ ਨੇ ਉਹ ਵੀ ਖਾਲੀ ਸੀ ਤੇ ਅਮਲੇ ਦੇ ਕੋਈ ਮੇਰੇ 8-10 ਬੰਦੇ ਸੀ ਤੇ 4-5 ਮਰੀਜ਼ ਉੱਥੇ ਟੁਰੇ ਫਿਰਦੇ ਸੀ ਮਰੀਜ਼ਾਂ ਦੇ ਇੰਨੀ ਜਲਦੀ ਵਾਰੀ ਆਣ ਡਈ ਸੀ ਐਕਸਰੇ ਦੀ ਚੈੱਕਅਪ ਦੀ ਕਿ ਮੈਂ ਗਿਆ ਵਾਂ ਤਕਰੀਬਨ 10 ਤੋਂ 15 ਮਿੰਟ ਦੇ ਵਿੱਚ 15 ਮਿੰਟ ਦੇ ਵਿੱਚ ਫਾਰਗ ਹੋ ਕੇ ਮੈਂ ਬਾਹਰ ਆ ਗਿਆ ਮੈਂ ਗਿਆ ਵਾਂ ਉਹ ਤੇ ਉਹਨਾਂ ਨੇ ਰੈਫਰ ਕੀਤਾ ਕਿ ਫਲਾਂ ਕਮਰੇ ਜਾ ਉਧਰ ਗਿਆ ਫਿਰ ਉਹਨਾਂ ਡਾਕਟਰ ਸਾਹਿਬ ਨੇ ਚੈੱਕ ਕੀਤਾ ਫਿਰ ਡਾਕਟਰ ਸਾਹਿਬ ਨੇ ਕਿਹਾ ਫਲਾਂ ਕਮਰੇ ਜਾ ਉੱਥੇ ਮੈਂ ਐਕਸਰੇ ਕਰਵਾਇਆ ਫਿਰ ਉਹਦੇ ਬਾਅਦ ਇੰਨੀ ਜਲਦੀ ਤੇ ਬੰਦਾ ਜੀਪੀ ਕੋਲੋਂ ਫਾਰਗ ਨਹੀਂ ਹੁੰਦਾ ਜਿੰਨੀ ਜਲਦੀ ਉਹ ਮੈਂ ਹਸਪਤਾਲ 'ਚੋਂ ਫਾਰਗ ਹੋਇਆ ਵਾਂ 15 ਤੋਂ 20 ਮਿੰਟ ਜ਼ਿਆਦਾ ਲੱਗੇ ਹੋਣਗੇ ਕਿ ਮੈਂ ਉਹ ਹਸਪਤਾਲ 'ਚੋਂ ਨਾ ਉਹ ਫਾਰਗ ਹੋ ਕੇ ਤੇ ਬਾਹਰ ਆ ਗਿਆ ਸੀ ਮੈਂ ਤੇ ਇਹ ਸੂਰਤ ਹਾਲ ਹੈ ਤੇ ਨਾਰਮਲ ਜਿਹੜਾ ਉੱਥੇ ਡਾਕਟਰ ਇਖਤਿਆਰ ਜ਼ਰੂਰ ਕਰਦੇ ਨੇ ਪੁੱਛਦੇ ਨੇ ਜਦੋਂ ਇਨਸਾਨ ਕੋਈ ਜਾਂਦਾ ਹੈ ਤੈਨੂੰ ਖਾਂਸੀ ਤੇ ਨਹੀਂ ਬੁਖਾਰ ਤੇ ਨਹੀਂ ਕੋਈ ਐਸੇ ਸਿੰਪਟਮ ਤੇ ਨਹੀਂ ਜਾਂਦੇ ਨੂੰ ਅਗਰ ਉਹ ਬੰਦਾ ਕਹਿੰਦਾ ਕਿ ਨਹੀਂ ਤੇ ਉਹਨੂੰ ਬਸ ਮਾਸਕ ਮੂੰਹ ਤੇ ਪਾਇਆ ਹੋਣਾ ਚਾਹੀਦਾ ਨੱਕ ਦੇ ਉੱਤੇ ਮਾਸਕ ਹੋਣਾ ਚਾਹੀਦਾ ਹਰ ਡਾਕਟਰ ਦਾ ਵੀ ਇਸੇ ਤਰ੍ਹਾਂ ਸੀ ਤੇ ਉਹਨਾਂ ਨੇ 15 ਤੋਂ 20 ਮਿੰਟ ਦੇ ਵਿੱਚ ਮੈਨੂੰ ਫਾਰਗ ਕਰਕੇ ਉੱਥੋਂ ਬਾਹਰ ਕੱਢਦੇ ਗਏ ਤੇ ਇਹ ਸੂਰਤ ਹਾਲ ਹੈ ਕਿ ਲੋਕੀ ਐਸਾ ਅਫਵਾਹਾਂ ਦਾ ਬਾਜ਼ਾਰ ਗਰਮ ਕਰਦੇ ਨੇ ਕਿ ਉੱਥੇ ਜੀ ਇਲਾਜ ਸਹੀ ਨਹੀਂ ਹੋ ਰਿਹਾ ਇਹ ਹੋ ਰਿਹਾ ਉਹ ਹੋ ਰਿਹਾ ਮੈਂ ਤੇ ਡਰਦਾ ਮਾਰਾ ਖੁਦ ਹੀ ਨਹੀਂ ਸੀ ਗਿਆ ਜਦੋਂ ਤਕਲੀਫ ਜਾਂਦੀ ਨਹੀਂ ਸੀ ਪਈ ਕਿ ਮੈਂ ਕਿਹਾ ਵੇਖਾਂ ਸਹੀ ਪਰ ਸਹੀ ਡਾਇਰੈਕਸ਼ਨ 'ਚ ਬਾਜ਼ੂ ਚੜਿਆ ਵੀ ਹੈ ਕਿ ਨਹੀਂ ਉਹਦੇ ਜੋੜ ਮਿਲੇ ਵੀ ਕਿ ਨਹੀਂ ਉਹ ਮੈਂ ਸਿਰਫ ਚੈੱਕ ਕਰਾਉਣ ਲਈ ਗਿਆ ਸੀ ਕਿ ਉਹ ਵੇਖਾਂ ਕਿ ਸੂਰਤ ਹਾਲ ਕੀ ਹੈ ਉਹ ਬਿਲਕੁਲ ਸਹੀ ਡਾਇਰੈਕਸ਼ਨ ਤੇ ਬਾਜ਼ੂ ਜਿਹੜਾ ਸੀ ਸਿਰਫ ਉਹਦਾ ਜਿਹੜਾ ਨਾ ਹੱਡੀ ਦੇ ਵਿੱਚ ਕਰੈਕ ਸੀ ਜਿਹਦੀ ਵਜ੍ਹਾ ਤੋਂ ਤਕਲੀਫ ਨੂੰ ਆਇਆ ਸੀ ਉਹਨਾਂ ਫਿਰ ਫੜ ਕੇ ਉੱਥੋਂ ਇਹ ਪੱਟੂ ਜਿਹਾ ਮੈਂ ਪਵਾਇਆ ਸੀ 25 ਪਾਉਂਡ ਦਾ 50 ਪਾਉਂਡ ਚੈੱਕ ਕਰਾਂ ਦੇ ਲਵਾਏ ਸੀ ਪ੍ਰਾਈਵੇਟ ਜਿਹੜਾ ਕਿਸੇ ਨੂੰ ਤੇ ਇਹ ਉਹਨਾਂ ਨੇ ਉਹ 10 ਮਿੰਟ ਦੇ ਵਿੱਚ 15 ਮਿੰਟ 'ਚ ਇਹ ਮੈਨੂੰ ਪਾ ਕੇ ਤੇ ਉਹ ਬਾਹਰ ਕੱਢਦੇ ਕਹਿੰਦੇ ਕਿ ਇਹ ਤੇਰੀ ਸੇਫਟੀ ਲਈ ਬਿਹਤਰ ਹੈ ਗਲੇ ਬਾਂਹ ਪਾ ਕੇ ਫ੍ਰੀ ਆਫ ਕੋਸਟ ਕੋਈ ਪੈਸਾ ਨਹੀਂ ਲਿਆ ਇਹ ਉਹਨਾਂ ਮੈਨੂੰ ਉੱਥੋਂ ਪਾ ਕੇ ਤੇ ਮੈਨੂੰ ਫਰਕ ਕਰਤਾ ਹੈਗਾ ਸੀ ਤੇ ਮੈਂ ਦੋਸਤਾਂ ਨੂੰ ਸਿਰਫ ਇਹਨਾਂ ਕਹਿਣਾ ਕਿ ਜਿਹੜੀ ਮਾਯੂਸੀ ਹੁੰਦੀ ਹੈ ਨਾ ਉਹ ਇਨਸਾਨ ਨੂੰ ਲੈ ਡੁੱਬਦੀ ਹੈ ਤੇ ਮਾਯੂਸੀ ਜਿਹੜੀ ਫੈਲਾਉਂਦੇ ਨੇ ਲੋਕੀ ਉਹ ਵੀ ਗਲਤ ਕਰਦੇ ਨੇ ਦੇਖੋ ਮਾਯੂਸੀ ਨਹੀਂ ਫੈਲਾਉਣੀ ਚਾਹੀਦੀ ਹੈਗੀ ਇਹ ਜਿਹੜੀ ਜੰਗ ਵੀ ਹੈ ਕਰੋਨਾ ਜੰਗ ਹੈ ਇਹਦਾ ਸਾਰਾ ਮਾਯੂਸੀ ਦੇ ਨਾਲ ਤਲਕ ਹੈ ਕਰਦੇ ਆ ਬੰਦਾ ਮਾਯੂਸ ਹੋ ਜਾਂਦਾ ਉਹਨੂੰ ਅਗਰ ਕਰੋਨਾ ਵਾਇਰਸ ਚਿਮਟ ਵੀ ਜਾਏ ਤਾਂ ਉਹ ਜਲਦੀ ਜਲਦੀ ਆਪਣੇ ਘੇਰੇ ਲੈ ਲੈਂਦਾ ਉਹਦੇ ਨਾਲ ਜਦੋਂ ਦਮ ਨਿਕਲ ਜਾਂਦਾ ਕਿ ਇਹਦਾ ਖੌਫ ਦੇ ਨਾਲ ਦਮ ਨਿਕਲ ਜਾਂਦਾ ਇਹ ਪਿਛਲੇ ਦਿਨਾਂ 'ਚ ਇੱਕ ਮਰੀਜ਼ ਦਾ ਮੈਨੂੰ ਪਤਾ ਚੱਲਿਆ ਸੀ ਕਿ ਉਹਦੇ ਕਰੋਨਾ ਟੈਸਟ ਹੀ ਉਹਨੂੰ ਬੁਲਾ ਕੇ ਲੈ ਕੇ ਜਾਣਾ ਸੀ ਜਾਂ ਉਹਨੇ ਜਾਣਾ ਸੀ ਤੇ ਉਹਦਾ ਕਰੋਨਾ ਟੈਸਟ ਹੋਣਾ ਸੀ ਮਗਰ ਉਹ ਕਰੋਨਾ ਟੈਸਟ ਦੇਣ ਤੋਂ ਪਹਿਲੇ ਹਸਪਤਾਲ ਜਾਣ ਤੋਂ ਪਹਿਲੇ ਖੌਫ ਦੇ ਨਾਲ ਉਹਦੀ ਡੈਥ ਹੋ ਗਈ ਹੈ ਐਸਾਂ ਦੀ ਸੂਰਤ ਹਾਲ ਹੁੰਦੀ ਹੈ ਤੇ ਦੇਖੋ ਖੌਫ ਔਰ ਆਸਮਾਨ 'ਚ ਨਹੀਂ ਬਣਾਉਣਾ ਚਾਹੀਦਾ ਗਲਤ ਖਬਰਾਂ ਵੀ ਨਹੀਂ ਬਣਾਉਣੀਆਂ ਚਾਹੀਦੀਆਂ ਹੈਗੀਆਂ ਮੈਂ ਤੇ ਗਿਆ ਇਹਦੇ ਦੌਰਾਨ ਇੱਕ ਹੋਰ ਤੁਹਾਨੂੰ ਮੈਂ ਕਰੋਨਾ ਵਾਇਰਸ ਦਾ ਇੱਕ ਫੈਮਿਲੀ ਦੇ ਇੱਕ ਤੁਹਾਨੂੰ ਵਾਕਿਆ ਦੱਸਦਾ ਹੈਗਾ ਮੇਰੇ ਛੋਟਾ ਭਾਈ ਉਹਦੀ ਸੱਸ ਹੈ ਜਿਹੜੇ ਪਾਕਿਸਤਾਨ ਤੋਂ ਆਏ ਨੇ ਤਕਰੀਬਨ ਕੋਈ 6-8 ਮਹੀਨੇ ਹੋਏ ਉਹਨਾਂ ਨੂੰ ਆਇਆ ਨੂੰ ਇੱਥੇ ਉਹ ਹਾਲਾਂਕਿ ਇਹਨਾਂ ਤੇ ਬੈਨੀਫਿਟ ਦਾ ਬੋਝ ਵੀ ਸੀ ਮੈਂ ਖੁਦ ਬੈਨੀਫਿਟ ਲੈ ਰਿਹਾ ਮੈਂ ਵੀ ਬੈਨੀਫਿਟ ਦਾ ਬੋਝ ਜੋ ਵੀ ਸੂਰਤ ਹਾਲ ਸੀ ਉਹ ਬੈਨੀਫਿਟ ਦਾ ਬੋਝ ਵੀ ਸੀ ਉਹਦੇ ਬਾਵਜੂਦ ਜਦੋਂ ਉਹਨਾਂ ਦਾ ਸਾਂਸ ਲੈਣਾ ਮੁਸ਼ਕਲ ਹੋ ਗਿਆ ਘਰ ਦੇ ਵਿੱਚ ਆਕਸੀਜਨ ਦੀ ਕਮੀ ਹੋ ਗਈ ਪਹਿਲੇ ਘਰ 'ਚ ਕਾਵੇ ਵਗੈਰਾ ਪੀਂਦੇ ਰਹੇ ਨੇ ਜੋ ਟੋਟ ਕੇ ਮੋੜ ਕੇ ਜੋ ਵਟਸਐਪ ਦੇ ਜ਼ਰੀਏ ਆਉਂਦੇ ਸੀ ਜੋ ਉਹਨਾਂ ਖੁਦ ਸੁਣੇ ਸੀ ਉਹ ਕਰਦੇ ਰਹੇ ਨੇ ਜਦੋਂ ਉਹਨਾਂ ਨੂੰ ਮੁਸਲਸਲ ਅਫਾਕਾ ਨਹੀਂ ਸੀ ਆ ਰਿਹਾ ਫਿਰ ਸਾਹ ਲੈਣ ਦੀ ਤਕਲੀਫ ਹੀ ਹੋਣ ਡਈ ਸੀ ਫਿਰ ਇੱਕ ਦਿਨ ਐਂਬੂਲੈਂਸ ਨੂੰ ਫੋਨ ਕੀਤਾ ਉਹਨਾਂ ਨੇ ਜਦੋਂ ਦੱਸਿਆ ਕਿ ਇਹ ਸੂਰਤ ਹਾਲ ਹੈ ਬੁਖਾਰ ਵੀ ਹੈ ਤੇ ਇਹ ਇਹਦੀ ਸਿੰਪਟਮ ਹੈਗੀਆਂ ਨੇ ਤੇ ਉਹਨਾਂ ਕਿ ਇਹਨਾਂ ਨੂੰ ਕਰੋਨਾ ਹੀ ਹੋਏਗਾ ਤੇ ਇਹਨਾਂ ਦਾ ਪਹਿਲੇ ਤੇ ਇਹਨਾਂ ਦਾ ਕਮਰਾ ਲੈਦਾ ਕਰ ਦਿਓ ਇੱਕ ਦਾ ਦਿਨ ਉਹਨਾਂ ਕਮਰਾ ਲੈਦਾ ਕੀਤਾ ਉਹਨਾਂ ਕਿਹਾ ਜੇ ਜ਼ਿਆਦਾ ਤਕਲੀਫ ਦੀ ਹਾਲਤ ਹੋਈ ਸਾਨੂੰ ਦੱਸਿਓ ਉਹਨਾਂ ਨੇ ਫਿਰ ਜਦੋਂ ਦੱਸਿਆ ਕਿ ਸਾਂਸ ਲੈਣ 'ਚ ਜ਼ਿਆਦਾ ਤਕਲੀਫ ਹੋਣ ਡਈ ਹੈ ਐਂਬੂਲੈਂਸ ਆਈ ਉਹਨਾਂ ਚੁੱਕ ਕੇ ਲੈ ਗਏ ਉਹਨਾਂ ਨੇ ਕਿਹਾ ਕਿ ਹੁਣ ਨਾ ਤੁਸੀਂ ਉੱਥੇ ਆ ਕੇ ਨਾਲ ਮਿਲ ਸਕਦੇ ਹੋ ਤੇ ਤੁਸੀਂ ਜੇਕਰ ਕੋਈ ਚੀਜ਼ ਦੇਣੀ ਹੈ ਰਿਸੈਪਸ਼ਨ ਤੇ ਦਿਓ ਉਹ ਅਸੀਂ ਇਹਨਾਂ ਤੱਕ ਪਹੁੰਚਾ ਦਿਆਂਗੇ ਹੁਣ ਤੁਸੀਂ ਕਮ ਅਜ਼ ਕਮ ਪਹਿਲੇ ਤਰ੍ਹਾਂ ਨਹੀਂ ਕਿ ਹਸਪਤਾਲਾਂ ਜੈਸਾ ਇਨਸਾਨ ਜਾ ਕੇ ਮਿਲਦਾ ਸੀ ਬੈਠਦਾ ਸੀ ਗੱਪਸ਼ਪ ਹੁੰਦੀ ਸੀ ਖਾਵਾ ਪੀਣਾ ਫਲਾਣੀ ਚੀਜ਼ ਪੀਣੀ ਹੈ ਘਰੋਂ ਦਲੀਆ ਬਣਾ ਲਈਏ ਜਾਂ ਕੋਈ ਹੋਰ ਚੀਜ਼ ਉਹ ਚੀਜ਼ਾਂ ਨਹੀਂ ਅਲਬੱਤਾ ਘਰੋਂ ਤੁਸੀਂ ਕੋਈ ਚੀਜ਼ ਬਣਾ ਕੇ ਦੇ ਸਕਦੇ ਹੋ ਰਿਸੈਪਸ਼ਨ ਤੇ ਦਿਓਗੇ ਉਹ ਮਰੀਜ਼ ਤੱਕ ਪਹੁੰਚ ਜਾਂਦੀ ਉਹ ਇਸੇ ਤਰ੍ਹਾਂ ਹੀ ਤਕਰੀਬਨ 15-20 ਦਿਨ ਮਹੀਨਾ ਉਹ ਹਸਪਤਾਲ ਦੇ ਵਿੱਚ ਰਹੇ ਨੇ ਉਹਨਾਂ ਦੀ ਬਕਾਇਦਾ ਟ੍ਰੀਟਮੈਂਟ ਹੋਈ ਹੈ ਫੋਨ ਤੇ ਉਹਨਾਂ ਦੇ ਨਾਲ ਰਾਬਤਾ ਸੀ ਅੱਲਾਹ ਤਾਲਾ ਦੇ ਫਜ਼ਲ ਨਾਲ ਉਹਨਾਂ ਦੀ ਉਮਰ ਵੀ 55-60 ਸਾਲ ਦੇ ਕਰੀਬ ਸੀ
ਉਹ ਸਿਹਤਯਾਬ ਹੋ ਕੇ ਅੱਲਾਹ ਤਾਲਾ ਦੇ ਫਜ਼ਲ ਨਾਲ ਘਰ ਆਏ ਨੇ। ਤੇ ਐਸਾ ਦੇ ਹੋਰ ਵੀ ਚਾਹਤੇ ਕਿ ਮਰੀਜ਼ ਨੇ ਜਿਨ੍ਹਾਂ ਦਾ ਮੈਂ ਖੁਦ ਜਿਨ੍ਹਾਂ ਨੂੰ ਮਿਲਿਆ ਵਾਂ, ਜਿਨ੍ਹਾਂ ਨੂੰ ਹਸਪਤਾਲ ਜਾਣ ਦੇ ਮੌਕਾ ਮਿਲਿਆ ਇੱਥੇ ਇੰਗਲੈਂਡ 'ਚ ਵੀ, ਅੱਲਾਹ ਤਾਲਾ ਦੇ ਫਜ਼ਲ ਨਾਲ ਉਹ ਵੀ ਸਿਹਤਮੰਦ ਹੋ ਕੇ ਵਾਪਸ ਆਏ ਨੇ। ਤੇ ਅੱਲਾਹ ਤਾਲਾ ਕਰੇ ਕਿ ਅੱਲਾਹ ਤਾਲਾ ਸਭ ਨੂੰ ਆਪਣੇ ਜ਼ੁਬਾਨ 'ਚ ਰੱਖੇ, ਸਭ ਨੂੰ ਸਿਹਤ ਤੰਦਰੁਸਤੀ ਦੇ। ਸਿਰਫ ਮੈਂ ਇੰਨਾ ਕਹਿਣਾ ਚਾਹੁੰਦਾ ਵਾਂ ਕਿ ਜਿਹੜੇ ਦੋਸਤ ਮਾਯੂਸੀ ਫੈਲਾਉਂਦੇ ਨੇ, ਜਿਹੜੇ ਦੋਸਤ ਜਿਹੜੇ ਨੇ ਉਹ ਮੁਮਕਿਨ ਹੈ ਕੋਈ ਹਕੀਕਤ ਵੀ ਹੋਏ, ਸਾਹਮਣੇ ਇਸ ਚੀਜ਼ ਦਾ ਨਹੀਂ ਪਤਾ। ਅਲਬੱਤਾ ਮੈਂ ਆਪਣਾ ਜ਼ਾਤੀ ਤਜਰਬਾ ਦੱਸ ਰਿਹਾ ਵਾਂ ਕਿ ਮੈਂ ਵੀ ਡਰਦਾ ਮਾਰਾ ਨਹੀਂ ਸੀ ਜਾ ਰਿਹਾ ਹਸਪਤਾਲ 'ਚ। ਆਖਿਰਕਾਰ ਜਦੋਂ ਮੈਂ ਗਿਆ ਵਾਂ ਤੇ ਮੇਰਾ ਉਹ ਨਾਰਮਲ ਦਿਨਾਂ 'ਚ ਇੰਨੇ ਸਾਡੇ ਜੀਪੀ ਕੋਲੋਂ ਇਸ ਤੋਂ ਜ਼ਿਆਦਾ ਅੱਧਾ ਤਾਂ ਪੌਣਾ ਘੰਟਾ ਲੱਗ ਜਾਂਦਾ ਜੀਪੀ ਕੋਲੋਂ ਜਦੋਂ ਅਸੀਂ ਜਾਈਏ, ਉਹਦਾ ਪੌਣਾ ਘੰਟਾ ਨਹੀਂ ਲੱਗਾ ਬਲਕਿ 15 ਤੋਂ 20 ਮਿੰਟ ਦੇ ਵਿੱਚ ਮੈਂ ਫਾਰਗ ਹੋ ਕੇ ਚੈੱਕ ਕਰਾ ਕੇ ਇਹ ਐਕਸਰੇ ਹੋਏ, ਮੇਰੇ ਐਕਸਰੇ ਦੀ ਰਿਪੋਰਟ ਆ ਗਈ ਹੈ ਉਹਦੇ ਵਿੱਚ ਹੀ ਇਹ ਉਹਨਾਂ ਨੇ ਪਾ ਕੇ ਤੇ ਮੈਨੂੰ ਘਰ ਭੇਜ ਦਿੱਤਾ ਗਿਆ। ਤੇ ਇਹ ਸੂਰਤ ਹਾਲ ਹੈ, ਮੈਂ ਜ਼ਰੂਰ ਇਹ ਸ਼ੇਅਰ ਕਰ ਲੈਣਾ ਚਾਹੁੰਦਾ ਦੋਸਤਾਂ ਨਾਲ ਕਿ ਦੋਸਤਾਂ ਦੇ ਦਿਲ 'ਚ ਇੱਕ ਖੌਫ ਹੋ ਰਾਸ ਦੀ ਥੋੜੀ ਜਿਹੀ ਕਮੀ ਆਏ। ਤੇ ਅਗਰ ਹੋ ਸਕੇ ਤਾਂ ਇਸ ਵੀਡੀਓ ਨੂੰ ਸ਼ੇਅਰ ਇਸ ਵਜ੍ਹਾ ਤੋਂ ਕਰੋ ਕਮਲ ਕਮ ਕਿ ਲੋਕਾਂ ਦਾ ਜਿਹੜਾ ਖੌਫ ਹੈ, ਖੌਫ ਹੋ ਰਾਸ ਹੈ, ਉਹ ਠੀਕ ਹੋਏ, ਉਹਦੇ ਨਾਲ ਕੋਈ ਇਹਨਾਂ ਦਾ ਇਮਿਊਨ ਸਿਸਟਮ ਬਿਹਤਰ ਹੋਏਗਾ। ਤੇ ਇਹ ਜੰਗ ਜਿਹੜੀ ਇਮਿਊਨ ਸਿਸਟਮ ਦੀ ਹੈ ਤੇ ਆ ਤੁਹਾਡੇ ਜਿਹੜੇ ਨਾ ਸਟਰਗਲ ਦੀ ਜਿੰਨੀ ਤੁਸੀਂ ਕੋਸ਼ਿਸ਼ ਕਰੋਗੇ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੋਏਗਾ, ਤੁਹਾਨੂੰ ਖੌਫ ਨਹੀਂ ਹੋਏਗਾ। ਤੁਸੀਂ ਅੱਲਾਹ ਤਾਲਾ ਫਰਮਾਨ ਕਰੋਨਾ ਦੀ ਕੀ ਹਰ ਜੰਗ ਜਿੱਤ ਸਕਦੇ ਹੋ ਅਜ਼ਮ ਦੇ ਨਾਲ ਤੇ ਮੁਹੱਬਤ ਦੇ ਨਾਲ ਤੇ ਪਿਆਰ ਦੇ ਨਾਲ ਤੇ ਹੌਸਲੇ ਦੇ ਨਾਲ। ਜੰਗਾਂ ਜਿਹੜੀਆਂ ਉਹ ਹਥਿਆਰਾਂ ਨਾਲ ਨਹੀਂ ਜਿੱਤੀਆਂ ਜਾਂਦੀਆਂ, ਹੌਸਲੇ ਨਾਲ ਜਿੱਤੀਆਂ ਜਾਂਦੀਆਂ ਨੇ। ਤੇ ਇਹ ਵੀ ਕਰੋਨੇ ਦੀ ਜੰਗ ਵੀ ਅਸੀਂ ਜਿੱਤਣੀ ਹੈ ਤੇ ਹੌਸਲੇ ਨਾਲ ਜਿੱਤਣੀ ਹੈ। ਅਗਰ ਹੋ ਸਕੇ ਤਾਂ ਮੇਰਾ ਇਹ ਵੀਡੀਓ ਪੈਗਾਮ ਦੂਸਰੇ ਦੋਸਤਾਂ ਤੱਕ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਹਸਪਤਾਲਾਂ ਦੇ ਵਿੱਚ ਇਹ ਸੂਰਤ ਹਾਲ ਨਹੀਂ। ਮੈਂ ਤਾਂ ਖੁਦ ਡਰਦਾ ਸੀ, ਮੈਂ ਕਿਹਾ ਯਾਰ ਜੋ ਲੋਕਾਂ ਕੋਲ ਸੁਣੀਦੇ ਲਿਫਾਫੇ ਤਿਆਰ ਕੀਤੇ ਨੇ ਲਪੇਟ ਕੇ ਪਰੇ ਸੁੱਟੀ ਜਾਂਦੇ ਨੇ, ਉਹ ਮੇਰਾ ਛੋਟਾ ਬੱਚਾ 8 ਸਾਲ ਦਾ ਉਹ ਵੀ ਇਹਦੀਆਂ ਖਬਰਾਂ ਸੁਣ ਕੇ ਉਹਨੂੰ ਮੈਂ ਥੋੜੇ ਦਿਨ ਪਹਿਲੇ ਉਹਨੂੰ ਮੈਂ ਉਹਦੇ ਨਾਲ ਵਾਅਦਾ ਕੀਤਾ, ਮੈਂ ਕਿਹਾ ਯਾਰ ਤੈਨੂੰ ਮੈਂ ਨਾ ਠੈਂਡੋ ਮੈਂਡੋ ਜਿਹੜੀਆਂ ਬੱਚਿਆਂ ਦੀ ਗੇਮਾਂ ਹੁੰਦੀਆਂ ਨਾ ਉਹ ਲੈ ਦਾਂਗਾ। ਤੇ ਉਹ ਜਦੋਂ ਮੈਂ ਹਸਪਤਾਲ ਗਿਆ ਉਹਦੀ ਮਾਂ ਨੇ ਕਿਹਾ ਕਿ ਦੁਆ ਕਰੋ, ਪਾਪਾ ਹਸਪਤਾਲ ਗਏ ਤਾਂ ਉਹਨੇ ਰੋਣਾ ਸ਼ੁਰੂ ਕਰਤਾ। ਉਹ ਰੋਈ ਜਾਵੇ, ਉਹਦੀ ਮਾਂ ਕਹਿੰਦੀ ਕਿਉਂ ਨਾ ਹੁੰਦਾ, ਕਿਉਂ? ਮੈਂ ਕਹਿੰਦਾ ਪਾਪਾ ਹਸਪਤਾਲ गए ने, पता नहीं उन्होंने वापस आना है कि नहीं। उन्होंने मेरे से टैंडो का वादा किया था अगर पापा को कुछ हो गया तो टैंडो को लेके देगा। मतलब हर बच्चे के दिल से खौफ पैदा है। मैं हस्पताल गया, पिछे उन्हें बेचारे रोना पाया है, पापा हस्पताल गए ने, पता नहीं मुड़ के आते ने कि नहीं। पापा ने मेरे नाल वादा किया मैं टैंडो लैके दांगा, जे हस्पतालों वापस आए तो मैं टैंडो किसी भी नहीं लैके देनी। मतलब वो बच्चा सी, बच्चों की सोच इस तरह ਵੱਡੇ ਵੀ ਇਹੀ ਸੋਚਦੇ ਪਏ ਨੇ, ਬੱਚੇ ਵੀ ਇਹੀ ਸੋਚਦੇ ਪਏ ਨੇ, ਔਰਤਾਂ ਵੀ ਇਹੀ ਸੋਚਦੀਆਂ ਨੇ, ਮਰਦ ਵੀ ਇਹੀ ਸੋਚਦੇ ਨੇ। ਇਹ ਖੌਫੋ ਰਾਤ ਦਾ ਇੱਕ ਉਹ ਜਿਹੜਾ ਸਾਡੇ ਦਿਲਾਂ ਦੇ ਉੱਤੇ ਇੱਕ ਉਹ ਨਕਸ਼ ਕਰ ਦਿੱਤਾ ਗਿਆ ਹੈ ਨਾ, ਇਹ ਮੁਖਤਲਿਫ ਸਾਡੇ ਜਾਦੂਗਰ ਜਿਹੜੇ ਨੇ ਉਹ ਖਾਸ ਕਰਕੇ ਜਿਹੜੇ ਯੂਟਿਊਬਰ ਜਿੰਨੇ ਵੀ ਨੇ ਉਹਨਾਂ ਨੇ, ਫਿਰ ਉਹਦੇ ਬਾਅਦ ਕੋਈ ਮੀਡੀਆ ਨੇ ਸਾਡਾ ਬ੍ਰੇਨ ਵਾਸ਼ ਕਰਤਾ ਹੈ। ਸਾਨੂੰ ਕਰੋਨਾ ਤੋਂ ਬਾਅਦ ਸਿਰਫ ਮੌਤ ਹੀ ਨਜ਼ਰ ਆਉਂਦੀ ਹੈ। ਕਰੋਨਾ ਤੋਂ ਬਾਅਦ ਹਯਾਤ ਵੀ ਹੈ, ਜ਼ਿੰਦਗੀ ਵੀ ਹੈ। ਅਗਰ ਅਸੀਂ ਰੱਬ ਕੋਲ ਮੰਗੀਏ, ਦੇਖੋ ਜਿਹੜਾ ਰੱਬ ਸਾਨੂੰ ਮੌਤ ਦੇ ਮੂੰਹ ਤੇ ਘੇਲ ਸਕਦਾ ਹੈ ਉਹ ਸਾਨੂੰ ਜ਼ਿੰਦਗੀ ਵੀ ਦੇ ਸਕਦਾ ਹੈ। ਠੀਕ ਹੈ, ਅੱਲਾਹ ਤਾਲਾ ਸਾਨੂੰ ਜ਼ਿੰਦਗੀ ਦੇ ਸਕਦਾ ਹੈ। ਬੱਚਿਆਂ ਦੇ ਦਿਲ 'ਚ ਖੌਫ ਹੈ, ਹੁਣ ਬੱਚਿਆਂ ਦੇ ਦਿਲ 'ਚ ਇੰਨਾ ਖੌਫ ਹੈ ਇਹ ਪਿਛਲੇ 2-2.5 ਮਹੀਨੇ ਤੋਂ ਸਕੂਲ ਨਹੀਂ ਜਾਣ ਡੇ। ਹੁਣ ਤੇ ਬੱਚੇ ਕਹਿੰਦੇ ਸਕੂਲ ਲੱਗ ਵੀ ਗਿਆ ਤੇ ਅਸੀਂ ਨਹੀਂ ਜਾਣਾ। ਇਹ ਸੂਰਤ ਹਾਲ ਹੈ, ਬੱਚਿਆਂ ਦੇ ਦਿਲਾਂ ਦੇ ਇੰਨਾ ਖੌਫ ਪੈਦਾ ਹੋ ਗਿਆ। ਬਾਹਰ ਕਹਿੰਦੇ ਨੇ ਕਿ ਦੂਜਾ ਅੱਜ ਕੱਲ੍ਹ ਉਹ ਜਿਹੜਾ ਤੁਹਾਡਾ ਲਾਕਡਾਊਨ ਖਤਮ ਹੋ ਜਾਵੇ, ਲਾਕਡਾਊਨ ਜ਼ਰੂਰ ਖਤਮ ਹੋ ਜਾਵੇ, ਮਗਰ ਕਰੋਨਾ ਖਤਮ ਨਹੀਂ ਹੋਇਆ। ਕੱਲ ਮੈਂ ਇੱਥੇ ਕਰੀਬ ਹੀ ਉੱਥੇ ਗਾਉਂ 'ਚ ਉੱਥੇ ਮੈਂ ਗੁਜ਼ਰ ਰਿਹਾ ਵਾਂ ਤੇ ਬਾਹਰ ਯਕੀਨ ਕਰੋ 12 ਦੇ ਬਾਹਰ 150-200 ਬੰਦਾ ਖੜਾ ਸੀ। ਉਸੇ ਮਜਮਾ ਲੱਗਾ ਸੀ ਜਿੱਦਾਂ ਪਹਿਲੇ ਵੀਕਐਂਡ ਦੇ ਮਜਮਾ ਲੱਗਾ ਹੁੰਦਾ ਸੀ, ਤੇ ਉਹ ਕੱਲ ਵੀ ਉਸੇ ਤਰ੍ਹਾਂ ਮਜਮਾ ਲੱਗਾ ਸੀ। ਲੋਕਾਂ ਦਾ ਰਾਜ ਸੀ ਇੰਗਲੈਂਡ ਦੇ ਵਿੱਚ। ਇਹ ਸੂਰਤ ਹਾਲ ਹੈ। ਅਗਰ ਦੇਖੋ ਇਹ ਬੇਹਤਿਆਤੀ ਕਰਨਗੇ ਤੇ ਇਹ ਫਿਰ ਉਹ ਕਰੋਨਾ ਜਿਹੜਾ ਉਹ ਖਤਮ ਨਹੀਂ ਹੋਇਆ ਬਲਕਿ ਲਾਕਡਾਊਨ ਖਤਮ ਹੋਇਆ ਹੈ। ਕਰੋਨਾ ਅੱਜ ਵੀ ਬੰਦੇ ਮਾਰਦਾ ਪਿਆ ਤੇ ਦੁਨੀਆ ਦੇ ਮੁਖਤਲਿਫ ਮੁਲਕ 'ਚ ਮਾਰਦਾ ਪਿਆ। ਪਾਕਿਸਤਾਨ ਦੇ ਵਿੱਚ ਕੱਲ ਵੀ ਫਿਰ ਪਤਾ ਨਹੀਂ 150 ਦੇ ਕਰੀਬ ਜਿਹੜੀਆਂ ਹਲਾਕਤਾਂ ਹੋ ਗਈਆਂ ਨੇ। ਇਹ ਸੂਰਤ ਹਾਲ ਹੈ। ਅਸੀਂ ਆਪਣੀ ਹਿਫਾਜ਼ਤ ਖੁਦ ਕਰਨੀ ਹੈ। ਗੌਰਮੈਂਟ ਜਿਹੜੀ ਹੈ ਉਹਦਾ ਕੰਮ ਹੈ ਸਾਨੂੰ ਕਹਿਣਾ, ਇਨਫੋਰਮੇਸ਼ਨ ਦੇਣਾ ਕਿ ਇਹ ਸੂਰਤ ਹਾਲ ਹੈ, ਬਿਮਾਰੀ ਹੈ ਵੇ, ਅਸੀਂ ਇhtiyat ਕਰਨੀ ਆਪੇ। ਬੇਸ਼ੱਕ ਲਾਕਡਾਊਨ ਖਤਮ ਹੋਇਆ, ਇੱਕ ਬੰਦਾ ਜਾਏ ਸਮਾਨ ਲੈਣ ਜਾਏ ਲੈ ਕੇ ਤੇ ਵਾਪਸ ਆ ਜਾਏ। ਐਸਾ ਨਾ ਕਰੋ ਕਿ ਫੈਮਲੀਆਂ ਬਾਹਰ ਮਾਰਕੀਟਾਂ ਭਰੀਆਂ ਨੇ, ਰਸ਼ ਲੱਗੇ ਨੇ। ਇਹ ਸੂਰਤ ਹਾਲ ਹੈ। ਤੇ ਮੈਂ ਕਿਉਂਕਿ ਡਾਕਟਰਾਂ ਦੀ ਜਿਹੜੀ ਸੂਰਤ ਹਾਲ ਦੱਸਦੀ ਹੈ, ਜਿਹੜੇ ਮੈਡੀਕਲ ਦੀ ਇੱਥੇ ਦੀ, ਤੇ ਨਾਲ ਇਸੇ ਤਰ੍ਹਾਂ ਥੋੜੀ ਹੋਰ ਵੀ ਗੱਲਬਾਤ ਕਰ ਲਈਏ। ਤੇ ਇਸੇ ਤਰ੍ਹਾਂ ਇਜਾਜ਼ਤ ਜਾਂਦਾ ਤੁਹਾਡਾ ਭਾਈ, ਤੁਹਾਡਾ ਦੋਸਤ, ਤੁਹਾਡਾ ਹੋਸਟ ਮਿਰਜ਼ਾ ਨਈਮ। ਤੇ ਅਗਰ ਹੋ ਸਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ, ਇਸ ਲਈ ਕਿ ਲੋਕਾਂ 'ਚੋਂ ਖੌਫੋ ਹਰਾਸ ਦੀ ਜਿਹੜੀ ਉਹ ਵਬਾ ਹੈ ਨਾ ਉਹ ਖਤਮ ਹੋਏ। ਉਹ ਕਰੋਨਾ ਤੋਂ ਭੈੜੀ ਵਬਾ ਹੈ। ਅਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੂ।